हलचल टुडे देख रहे सारे दर्शकों का स्वागत है। मैं कीर्ति ते हर कोई किसी ना किसी चीज़ नूं जिहड़ा बड़ी शिद्दत दे नाल मुहब्बत करदा हुंदा है, क्योंकि हर किसी नूं किसी दे नाल मोह जिहड़ा वो पै ही जांदा है, चाहे वो कोई जानवर होवे ते चाहे कोई इंसान होए। हर किसी दी अटैचमेंट जिहड़ी है उहदे नाल बड़ी डीपली जिहड़ी है डूंघाई दे नाल हुंदी है। क्योंकि मैं जिहड़ी वैन दे कोल खड़ी हाँ, वो वैन दी जिहड़ी लविंग पब्स फाउंडेशन आ, उन्होंने फ्री वैन सेवा जिहड़ी शुरू की है कि जिहदे विच किसी भी डॉग नूं सੱਟ लग जाती है। क्योंकि ਅਸੀਂ देखते ना अन्ने वाह बेपरवाह कई लोग ਜਿਹੜੇ ਨੇ ਉਹ ਤੁਰੇ ਫਿਰਦੇ ਹੁੰਦੇ ਨੇ ਸੜਕਾਂ ਤੇ ਜੇ ਕਿਤੇ ਡੌਗ ਉਹਨਾਂ ਦੀ ਕਾਰ ਥੱਲੇ ਆ ਜਾਂਦਾ ਹੈ ਜਾਂ ਉਹਨਾਂ ਦੀ ਕਿਸੇ ਬਾਈਕ ਦੇ ਨਾਲ ਠੇਡਾ ਖਾ ਜਾਂਦਾ ਹੈ ਤੇ ਉਹ ਡੌਗ ਨੂੰ ਦੇਖਣ ਦੀ ਬਜਾਏ ਇੱਦਾਂ ਉਹਨੂੰ ਛੱਡ ਜਾਂਦੇ ਨੇ ਤੇ ਉਹਦੀ ਕਿਸੇ ਕਈ ਵਾਰੀ ਲੱਤ ਟੁੱਟ ਜਾਂਦੀ ਹੈ, ਕਈ ਵਾਰੀ ਸੱਟ ਲੱਗ ਜਾਂਦੀ ਹੈ, ਪਰ ਉੱਥੇ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਹੁੰਦਾ ਕਿ ਜਿਹੜਾ ਉਹਨੂੰ ਫਸਟ ਏਡ ਜਿਹੜੀ ਹੈ ਜਲਦੀ ਉਹਨੂੰ ਮੁਹੱਈਆ ਉੱਥੇ ਕਰਵਾ ਸਕੇ। ਪਰ ਜਿਹੜੀ ਅੱਜ ਲਵਿੰਗ ਪਬਸ ਫਾਊਂਡੇਸ਼ਨ ਆ, ਇਹਨਾਂ ਨੇ ਫ੍ਰੀ ਵੈਨ ਹੈ, ਇਹਨਾਂ ਨੂੰ ਤੁਸੀਂ ਕਦੇ ਵੀ ਕੰਟੈਕਟ करके किसी भी जगह ते तुसी किसी डॉग नूं देखदे हो कि इहदे सੱਟ लग गई है जां गड्डी वाले नूं थल्ले दे गया जां कुछ हो गया ते तुसी इन्हां दे नाल टाई अप जिहड़ा कर सकदे हो। क्योंकि जिहड़ी रोड ते मैं खड़ी हाँ, लद्दे वाली रोड है, बिल्कुल नज़दीक ही थोड़ी दूरी ते इत्थे क्लीनिक है डॉक्टर भट्टी साहब दा, पैट एंड डॉग क्लीनिक है इत्थे। वो ट्रीटमेंट करते हैं डॉक्टर्स का, उन्होंने NGO के नाल की कंसर्न है, किवें NGO बनाई उन्होंने, कि NGO के वो भी मैंबर ने जां होर की गलबात है, वो सारी असीं गलबात जिहड़ी उन्हां दे नाल करांगे वैन दे विच। हुणे एक डॉग लैके आए ने, वैन हुणी आके रुकी है इत्थे ते डॉक्टर साहब अंदर ही सानूं मिल गए ने, सो उन्हां दे नाल भी गलबात करते हैं। डॉक्टर साहब पहलां तो बहुत बहुत स्वागत है। हाँ जी, मैं जी तुहाडा हलचल चैनल वालियां दा बहुत धन्नवाद करदा है ते तुहानूं सुनन वालियां दा स्वागत करदा है जी। ਤੇ ਇਹ ਮੇਨ ਚੀਜ਼ ਇਹ ਹੈਗੀ ਹੈ, ਸਾਡਾ ਤੁਸੀਂ ਦੇਖ ਹੀ ਸਕਦੇ ਹੋ ਜਿੱਦਾਂ ਡੌਗ ਇੱਕ ਆਇਆ ਹੈਗਾ। ਇਹਨਾਂ ਨੂੰ ਕੀ ਪ੍ਰੋਬਲਮ ਹੈ? ਇਹਨੂੰ ਪ੍ਰੋਬਲਮ ਇੱਦਾਂ ਹੀ ਹੈ ਕਿ ਫ੍ਰੀ ਰੋਮਿੰਗ ਡੌਗ ਸਾਨੂੰ ਮਿਲਿਆ ਕੈਂਟ ਏਰੀਆ ਦੇ ਵਿੱਚ, ਤੇ ਦੇਖ ਕੇ ਇਹ ਕਾਫੀ ਜ਼ਿਆਦਾ ਵੀਕ ਲੱਗ ਰਿਹਾ ਹੈ। ਪਲੱਸ ਇਹਨੂੰ ਅਕਿਊਟ ਡਰਮੇਟਾਈਟਸ ਹੋਈ ਹੈ, ਜਿਹਨੂੰ ਆਪਾਂ ਸਿੰਪਲ ਲੈਂਗੁਏਜ ਖਾਰਿਸ਼ ਕਹਿ ਸਕਦੇ ਹਾਂ, ਤੇ ਬਹੁਤ ਜ਼ਿਆਦਾ ਪ੍ਰੋਬਲਮ ਨਾਲ ਉਹ ਜੂਝ ਰਿਹਾ ਹੈਗਾ। ਇਹ ਜਸਟ ਅਜੇ ਵੈਨ ਇੱਥੇ ਆਪਣੇ ਕਲੀਨਿਕ ਬਾਹਰ ਆਈ ਸੀ ਤੇ ਇਹਦਾ ਫਿਜ਼ੀਕਲ ਚੈੱਕਅਪ ਆਪਾਂ ਇੱਥੇ ਕਰਨਾ ਹੈਗਾ, ਬਾਕੀ ਇਹਨੂੰ ਕਲੀਨਿਕ 'ਚ ਐਡਮਿਟ ਕਰਨਾ ਹੈ ਜਾਂ ਕਲੀਨਿਕ 'ਚ ਟਰੀਟਮੈਂਟ ਕਰਨਾ ਹੈ, ਉਹ ਅੰਦਰ ਜਾ ਕੇ ਅਸੀਂ ਸਾਰਾ ਅੱਗੇ ਫੋਲੋਅਪ ਲਵਾਂਗੇ। ਤੁਹਾਨੂੰ ਮਤਲਬ ਇਦਾਂ ਕੋਈ ਦੱਸਦਾ ਹੁੰਦਾ ਹੈ ਕਿ ਇੱਥੇ ਡੌਗ ਨੂੰ ਆਹ ਪ੍ਰੋਬਲਮ ਹੈ, ਜਾਂ ਤੁਹਾਨੂੰ ਕਿਸੇ ਦਾ ਫੋਨ ਆ ਕੇ ਜਾਂ ਤੁਸੀਂ ਰਸਤੇ 'ਚ ਜਾਂਦੇ ਦੇਖ ਲਿਆ ਕਿਤੇ? ਦੇਖੋ ਵੈਸੇ ਜਿੱਦਾਂ ਤਾਂ ਇਹ ਡੌਗ ਆਇਆ, ਇਹ ਤਾਂ ਰਸਤੇ 'ਚ ਜਾਂਦਾ ਸਾਨੂੰ ਦੇਖ ਗਿਆ ਤਾਂ ਅਸੀਂ ਸਾਡੇ ਲੜਕੇ ਜਿਹੜੇ ਆ ਉਹਨਾਂ ਨੇ ਚੱਕ ਲਿਆ। ਵੈਸੇ ਸਾਡਾ ਇੱਕ ਹੈਲਪਲਾਈਨ ਨੰਬਰ ਹੈਗਾ, ਉਸ ਹੈਲਪਲਾਈਨ ਨੰਬਰ 'ਤੇ ਸਾਨੂੰ ਕੋਈ ਵੀ ਕਾਲ ਕਰਦਾ ਹੈਗਾ तो अपनी टीम भेजते हैं। जे तो वो मौके पर ऑन स्पॉट ट्रीटमेंट हो सकता हो तो असी मौके पर फस्ट एड दे दी दी हैगी है। बट कई केसिस इदां दे हुंदे ने जिथे आपां कह सकते हैं कि रजिस्टर्ड वैटनरी डॉक्टर हुंदा है, उहदी रिक्वायरमेंट हो जाती हैगी है, तो फिर साडी एंबूलेंस इत्थे उहनूं डॉग नूं ले आंदी है मेरे क्लीनिक ते इत्थे असीं उहदा प्रॉपर ट्रीटमेंट करते हैं। बड़ा एक अहम सवाल है कि जदों असीं कोई भी किसी भी इंसान नूं कोई दिक्कत आउंदी है तो जिहड़ियां एंबूलेंस बणीਆਂ ਹੁੰਦੀਆਂ ने, एंबूलेंस ਦਾ ਤਾਂ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਫਟਾਫਟ ਡਾਕਟਰ ਤੱਕ ਲਿਜਾਣਾ, ਤੇ ਦੂਸਰਾ ਉਹਨਾਂ ਨੂੰ ਜੇ ਕਿਤੇ ਲੱਗਦਾ ਕਿ ਇੱਥੇ ਆਪਾਂ ਇਹਨਾਂ ਨੂੰ ਮੈਡੀਸਨ ਕੋਈ ਮੁੱਢਲੀ ਸਹਾਇਤਾ ਦੇ ਸਕਦੇ ਤਾਂ ਦੇ ਸਕਦੇ ਹੋਈਏ। ਕਿ ਇਹ ਵੈਨ ਦੇ ਵਿੱਚ ਵੀ ਡੌਗ ਨੂੰ ਜਿਹੜੀ ਫਸਟ ਏਡ ਪਹਿਲਾਂ ਦਿੱਤਾ ਜਾਂਦਾ? ਬਿਲਕੁਲ ਜੀ, ਜਿਹੜਾ ਮੌਕੇ ਤੇ ਐਂਬੂਲੈਂਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਆਪਾਂ ਜਿੱਦਾਂ ਤੁਸੀਂ ਸਮਝਾਈ ਦਿੱਤਾ ਕਿ ਫਸਟ ਏਡ ਇੱਕ ਵਾਰੀ ਦੇ ਦਿਓ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ, ਕਿਉਂਕਿ ਦੇਖੋ ਡਾਕਟਰ ਐਂਬੂਲੈਂਸ 'ਚ ਨਹੀਂ ਜਾ ਸਕਦਾ ਹੈਗਾ ਕਿਉਂਕਿ ਬਾਕੀ ਪੇਸ਼ੈਂਟਸ ਵੀ ਬਹੁਤ ਹੁੰਦੇ ਨੇ। ਇਸ ਕਰਕੇ ਅਸੀਂ 2 ਲੜਕੇ ਰੱਖੇ ਹੋਏ ਨੇ ਜਿਹੜੇ ਪ੍ਰੋਪਰਲੀ ਟ੍ਰੇਨਡ ਹੈਗੇ ਨੇ, ਜੋ ਫਸਟ ਏਡ ਦੇ ਸਕਦੇ ਨੇ। ਤੁਸੀਂ ਤੁਹਾਨੂੰ ਜਿੱਦਾਂ ਮੈਂ ਦਿਖਾ ਸਕਦਾ ਆਪਣੀ ਮੈਡੀਸਿਨਸ ਹੈ ਸਾਡੀਆਂ ਜੀ। हाँ, टोटली ਇਹਦੇ ਵਿੱਚ ਅਸੀਂ ਆਪਣੀ ਮੈਡੀਸਿਨਸ ਵਗੈਰਾ ਰੱਖੀਆਂ ਹੋਈਆਂ ਨੇ, ਜੋ ਸਾਨੂੰ ਬੇਸਿਕ ਆਪਾਂ ਕਹਿ ਲਈਏ ਕਿ ਫਸਟ ਏਡ ਹੈ। ਗਲੂਕੋਜ਼ ਪਿਆ, ਸਾਡੇ ਇੰਸਟਰੂਮੈਂਟਸ ਪਏ ਨੇ, ਬਾਕੀ ਸਾਈਡ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਸਾਡੇ ਇੰਜੈਕਸ਼ਨਸ ਜੋ ਲੜਕੇ ਮੇਰੇ ਨਾਲ ਫੋਨ 'ਤੇ ਕੰਟੈਕਟ ਕਰ ਲੈਂਦੇ ਨੇ ਕਿ ਜੀ ਡਾਕਟਰ ਸਾਹਿਬ ਆਪਾਂ ਕੀ ਕਰਨਾ ਹੈਗਾ, ਤਾਂ ਉਹ ਮੌਕੇ 'ਤੇ ਦੇ ਦਿੰਦੇ ਨੇ। ਮੇਨ ਚੀਜ਼ਾਂ ਜੋ ਤੁਸੀਂ ਕਿਸੇ ਵੈਟਨਰੀ ਕਲੀਨਿਕ 'ਚ ਨਹੀਂ ਦੇਖੀਆਂ ਹੋਣਗੀਆਂ ਜੋ ਐਂਬੂਲੈਂਸ 'ਚ ਨੇ, ਉਹ ਇਹ ਹੈ ਕਿ ਸਾਡੇ ਕੋਲ ਆਕਸੀਜਨ ਸਿਲੰਡਰ ਤੱਕ ਪਿਆ ਹੈਗਾ। ਅਗਰ ਕਿਸੇ ਡੌਗ ਨੂੰ ਸਾਨੂੰ ਲੱਗਦਾ ਹੈ ਕਿ ਕਿਉਂਕਿ ਗਰਮੀਆਂ ਦੇ ਦਿਨ ਆ ਗਏ ਨੇ, ਹੀਟ ਸਟ੍ਰੋਕ ਬਹੁਤ ਜ਼ਿਆਦਾ ਹੁੰਦਾ ਹੈ, ਬਾਹਰ ਗਰਮੀ ਕਰਕੇ ਡੌਗ ਦੀ ਬੁਰੀ ਹਾਲਤ ਹੋ ਜਾਂਦੀ, ਉਸ ਕੇਸ ਦੇ ਵਿੱਚ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਹੈ। ਅਤੇ ਆਕਸੀਜਨ ਸਾਡੇ ਕੋਲ ਹੈਗੀ ਹੈ, ਪਲੱਸ ਵੈਨ ਦੇ ਵਿੱਚ ਗਰਮੀ ਨਾ ਲੱਗੇ ਜਾਂ ਪ੍ਰੋਬਲਮ ਨਾ ਆਵੇ, ਫੈਸਿਲਿਟੀ ਦੀ ਸਾਡੇ ਕੋਲ ਪੂਰਾ ਇਨਵਰਟਰ ਹੈਗਾ ਜੋ ਫੁੱਲੀ ਚਾਰਜ ਹਮੇਸ਼ਾ ਰਹਿੰਦਾ ਹੈਗਾ। ਇਹਦੇ ਨਾਲ ਸਾਡੀ ਲਾਈਟ, ਸਾਡੇ ਫੈਨ, ਸਾਡਾ ਹਰ ਚੀਜ਼ ਚੱਲਦੀ ਹੈ। ਪਲੱਸ ਮੇਨ ਚੀਜ਼ ਇੱਕ ਐਂਬੂਲੈਂਸ 'ਚ ਹੋਣੀ ਚਾਹੀਦੀ ਹੈ, ਉਹ ਹੈਗੀ ਹੈ ਫਰਿੱਜ। ਇਹ ਫਰਿੱਜ, ਕਈ ਇੰਜੈਕਸ਼ਨ ਇੱਦਾਂ ਦੇ ਹੁੰਦੇ ਨੇ ਜਿਹੜੇ ਸਾਨੂੰ ਫਰਿੱਜ ਦੇ ਵਿੱਚ ਹੀ ਰੱਖਣੇ ਪੈਂਦੇ ਨੇ। ਅਗਰ ਅਸੀਂ ਉਹ ਫਰਿੱਜ 'ਚ ਨਾ ਰੱਖਾਂਗੇ ਜਾਂ ਸਾਡੇ ਕੋਲ ਇਲੈਕਟ੍ਰਿਸਿਟੀ ਦੀ ਸ਼ਾਰਟੇਜ ਹੋਏਗੀ ਤਾਂ ਉਹ ਸਾਡੇ ਸਾਰੇ ਇੰਜੈਕਸ਼ਨਸ ਖਰਾਬ ਹੋ ਜਾਣਗੇ। ਵੈਕਸੀਨੇਸ਼ਨਸ ਕਈ ਹੁੰਦੇ ਨੇ ਜੋ ਸਿਰਫ ਆਪਾਂ ਫਰਿੱਜ ਦੇ ਵਿੱਚ ਰੱਖ ਸਕਦੇ ਹਾਂ, ਅਤੇ ਇਹ ਸਾਡੇ ਕੋਲ ਮੁੱਢਲੀਆਂ ਚੀਜ਼ਾਂ ਨੇ। ਇਸ ਤੋਂ ਬਾਅਦ ਕਲੀਨਿਕ 'ਤੇ ਪ੍ਰੋਪਰ ਹੋ ਜਾਂਦਾ ਹੈ। ਬਾਕੀ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਜੋ ਮੇਨ ਚੀਜ਼ ਸਾਡੇ ਕੈਮਰਾਜ਼ ਲੱਗੇ ਹੋਏ ਨੇ।
ਐਦਾਂ ਨਹੀਂ ਹੈ ਕਿ ਐਂਬੂਲੈਂਸ ਵਾਲੇ ਕਿਤੇ ਵੀ ਚਲੇ ਜਾਣਗੇ ਕਿ ਖੜੇ ਹੋ ਜਾਣਗੇ ਲੜਕੇ ਸਾਡੇ ਉੱਥੇ ਜਿੱਥੇ ਮੌਕੇ ਤੇ ਜਾਣਾ ਉੱਥੇ ਜਾਣਗੇ ਨਹੀਂ। ਇਹ ਪ੍ਰੋਪਰਲੀ CCTV 24 ਘੰਟੇ ਚੱਲਦਾ ਹੈਗਾ। ਪਲੱਸ ਸਾਡੀ ਜਿਹੜੀ ਐਂਬੂਲੈਂਸ ਹੈ GPS ਫਿੱਟ ਹੈ ਇਹਦੇ ਵਿੱਚ। ਜੀ। ਅਗਰ ਇਹ ਕਿਤੇ ਵੀ ਜਾਣਗੇ ਜਲੰਧਰ ਦੇ ਵਿੱਚ ਤਾਂ ਸਾਨੂੰ ਔਨ ਰਿਕਾਰਡ ਸਾਨੂੰ ਪਤਾ ਲੱਗਦਾ ਰਹੇਗਾ ਨਾਲੋਂ ਨਾਲ ਕਿ ਜਿੱਥੇ ਇਹਨਾਂ ਨੂੰ ਕੰਪਲੇਂਟ ਆਈ ਹੈ ਉੱਥੇ ਪਹੁੰਚੇ ਨੇ ਟਾਈਮ ਤੇ ਕਿ ਨਹੀਂ ਪਹੁੰਚੇ ਜਾਂ ਕਿੰਨੀ ਦੇਰ ਦੇ ਵਿੱਚ ਪਹੁੰਚੇ ਨੇ। ਬਟ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਜਿੱਦਾਂ ਕੰਪਲੇਂਟੈਂਟ ਹੁੰਦੇ ਆ ਹਰ ਕੋਈ ਚਾਹੁੰਦਾ ਹੈ ਕਿ ਉਸੇ ਵੇਲੇ ਸਾਡੇ ਕੋਲ ਪਹੁੰਚ ਜਾਣ। ਬਟ ਕਈ ਪ੍ਰੋਬਲਮਸ ਆਉਂਦੀਆਂ ਨੇ, ਅਸੀਂ ਵੀ ਫੇਸ ਕਰਦੇ ਹਾਂ। ਦੇਖੋ ਸੇਵਾ ਜਿਹੜੀ ਹੁੰਦੀ ਹੈ ਦੋ ਪਾਸਿਓਂ ਹੁੰਦੀ ਹੈ ਕਿ ਉੱਥੇ ਉਹ ਵੇਟ ਕਰਨ। ਹੁਣ ਐਂਬੂਲੈਂਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਏਗੀ, ਟਾਈਮ ਤਾਂ ਲੱਗਦਾ ਹੈਗਾ। ਦਿਨ ਦੇ ਵਿੱਚ ਅਸੀਂ 20-25 ਡੌਗ ਘੱਟੋ ਘੱਟ ਰੋਜ਼ ਟਰੀਟ ਕਰਦੇ ਪਏ ਹਾਂ ਅਤੇ ਥੋੜ੍ਹਾ ਜਿਹਾ ਪੇਸ਼ੈਂਸ ਲੈਵਲ ਔਨਰ ਵੀ ਰੱਖਣ ਅਤੇ ਸਾਡੇ ਵੱਲੋਂ ਤਾਂ ਪੇਸ਼ੈਂਸ ਲੈਵਲ ਹਮੇਸ਼ਾ ਰਹਿੰਦਾ ਹੀ ਹੈਗਾ। ਜਿੱਦਾਂ ਕਿ ਮੈਂ ਆਪਣਾ ਪ੍ਰਾਈਵੇਟ ਕਲੀਨਿਕ ਵੀ ਦੇਖ ਰਿਹਾ ਨਾਲ, ਇਹ ਜਿਹੜਾ ਕਹਿ ਲਓ ਕਿ ਸੋਸ਼ਲ ਵਰਕ ਆ ਇਹ ਵੀ ਮੈਂ ਪੂਰਾ ਨਿਭਾ ਰਿਹਾ ਹੈਗਾ ਜੀ। ਇਹ ਤਾਂ ਬੜਾ ਸ਼ਲਾਘਾਯੋਗ ਕਦਮ ਹੈ ਹਾਂਜੀ, ਤੁਹਾਡਾ। ਹਾਂਜੀ। ਇਹ ਫਿਰ ਜਿਹੜਾ ਰੱਖਿਆ ਹੋਇਆ ਜਦੋਂ ਕਿ ਡੌਗ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਡੌਗ ਪੈਣਾ ਸ਼ੁਰੂ ਕਰ ਦਿੰਦੇ। ਬੇਸਿਕਲੀ ਇਹ ਸਾਨੂੰ ਜਦੋਂ ਅਸੀਂ ਆਪਣੇ ਕਾਲਜਿਸ 'ਚ ਹੁੰਦੇ ਸੀਗੇ ਤਾਂ ਇੰਸਟਰੂਮੈਂਟ ਉਦੋਂ ਸਾਨੂੰ ਦਿੱਤੇ ਜਾਂਦੇ ਸੀ। ਕਈ ਵਾਰ ਬੜੇ ਅਗਰੈਸਿਵ ਡੌਗ ਹੁੰਦੇ ਨੇ ਜਿਹੜੇ ਬਾਈਟ ਕਰ ਲੈਂਦੇ ਨੇ ਅਤੇ ਇਹ ਉਸ ਵੇਲੇ ਕੰਮ ਆਉਂਦਾ ਹੈਗਾ। ਇਸ ਜਗ੍ਹਾ ਤੋਂ ਅਸੀਂ ਡੌਗ ਦਾ ਗਲਾ ਫੜ ਸਕਦੇ ਹਾਂ ਅਤੇ ਪਿੱਛੋਂ ਜਦੋਂ ਅਸੀਂ ਖਿੱਚਦੇ ਹਾਂ ਉਹ ਟਾਈਟ ਹੋ ਜਾਂਦਾ ਹੈਗਾ। ਉਹਦੇ ਨਾਲ ਅਸੀਂ ਡੌਗ ਨੂੰ ਸਿੰਪਲੀ ਕਾਬੂ ਕਰ ਸਕਦੇ ਹੈਗੇ ਕਿਉਂਕਿ ਇਹ ਜੋ ਸਟਰੀਟ ਡੌਗਸ ਨੇ ਇਹਨਾਂ ਨੂੰ ਕਿਸੇ ਨੇ ਟ੍ਰੇਨਿੰਗ ਨਹੀਂ ਦਿੱਤੀ ਹੁੰਦੀ। ਇਹਨਾਂ ਨੇ ਬਾਈਟਿੰਗ ਬਹੁਤ ਜ਼ਿਆਦਾ ਕਰਨੀ ਹੁੰਦੀ ਹੈ। ਤਾਂ ਇਹ ਸਾਡੀ ਇੱਕ ਸੇਫਟੀ ਹੈ, ਸਾਡੇ ਲੜਕਿਆਂ ਦੀ ਸੇਫਟੀ ਅਸੀਂ ਹਮੇਸ਼ਾ ਲੈ ਕੇ ਚੱਲਦੇ ਹਾਂ ਕਿਉਂਕਿ ਅਗਰ ਇਹਨਾਂ ਨੂੰ ਹੀ ਕੁਝ ਹੋ ਗਿਆ ਸਾਡੇ ਲੜਕਿਆਂ ਨੂੰ ਤਾਂ ਫਿਰ ਕੰਮ ਕੌਣ ਕਰੇਗਾ। ਤਾਂ ਮੁਸ਼ਕਿਲ ਬਹੁਤ ਸਾਨੂੰ ਆ ਜਾਂਦੀ ਹੈ। ਪਰ ਇਹਦੇ ਨਾਲ ਹੀ ਜੇ ਅਸੀਂ ਦੇਖੀਏ ਕਿ ਜਦੋਂ ਸਟਰੀਟ ਡੌਗਸ ਨੂੰ ਲੈ ਕੇ ਆਈਦਾ ਤੇ ਉਹਦੇ ਦੌਰਾਨ ਵੀ ਬੜੀਆਂ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਤੁਹਾਡੇ ਸਾਹਮਣੇ ਆਉਂਦੀਆਂ ਕਿਉਂਕਿ ਡੌਗਸ ਨੂੰ ਹੁਣ ਜਦੋਂ ਇੱਥੇ ਆਂਦਾ ਡੌਗ ਉਦੋਂ ਹੀ ਪਤਾ ਲੱਗਦਾ ਕਿ ਇਹਨੂੰ ਆਹ ਪ੍ਰੋਬਲਮ ਹੋ ਸਕਦੀ ਹੈ। ਦੇਖੋ ਮੈਮ, ਅਸੀਂ ਹੌਲੀ ਹੌਲੀ ਜਿੱਦਾਂ ਸਾਡੇ NGO ਵਰਕ ਕਰ ਰਹੀ ਹੈ ਉੱਦਾਂ ਅਸੀਂ ਵਲੰਟੀਅਰ ਨਵੇਂ ਭਰਤੀ ਕਰ ਰਹੇ ਹੈਗੇ। ਉਹਦੇ ਨਾਲ ਅਸੀਂ ਬੇਸਿਕ ਮੈਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਹੈ। ਬਟ ਸਭ ਤੋਂ ਜ਼ਿਆਦਾ ਜਿਹੜੀ ਮੇਨ ਪ੍ਰੋਬਲਮ ਸਾਨੂੰ ਫੇਸ ਹੋ ਰਹੀ ਹੈ ਇਸ ਕੰਮ ਦੇ ਵਿੱਚ ਉਹ ਇਹ ਹੈ ਕਿ ਲੋਕੀ ਫੋਨ ਤਾਂ ਕਰ ਦਿੰਦੇ ਨੇ ਬਟ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਦੇਖੋ ਡੌਗ ਨੇ ਇੱਕ ਦਿਨ 'ਚ ਤਾਂ ਠੀਕ ਨਹੀਂ ਹੋ ਜਾਣਾ। ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋ ਜਿੱਥੇ ਤੁਹਾਨੂੰ ਪ੍ਰੋਬਲਮ ਲੱਗਦੀ ਹੈ, ਸਾਡੇ ਲੜਕੇ ਆਉਣਗੇ। ਬਟ ਉਹਦੇ 'ਚ ਤੁਸੀਂ ਵੀ ਹੈਲਪ ਕਰੋ, ਤੁਸੀਂ ਨਾਲ ਆਓ, ਡੌਗ ਨੂੰ ਨਾਲ ਆ ਕੇ ਤੁਸੀਂ ਦੇਖੋ ਇੱਥੇ ਅਸੀਂ ਕੀ ਕਰ ਰਹੇ ਹਾਂ ਅਤੇ ਉਹਨੂੰ ਬਾਅਦ 'ਚ ਤੁਸੀਂ ਆਪਣੀ ਉੱਥੇ ਜਗ੍ਹਾ ਜਿਹੜੀ ਮੌਕੇ ਦੀ ਹੈਗੀ ਆ ਉੱਥੇ ਉਹਦੀ ਸੰਭਾਲ ਵੀ ਕਰੋ ਤਾਂ ਕਿ ਅਗਲੇ ਦਿਨ ਵੀ ਅਸੀਂ ਤੁਹਾਨੂੰ ਹੈਲਪ ਕਰ ਸਕੀਏ। ਬਟ ਲੋਕੀ ਕਰਦੇ ਨੇ ਮਦਦ ਸਾਡੀ ਬਹੁਤ, ਬਟ ਮੋਸਟ ਆਫ ਦਾ ਟਾਈਮ ਸਾਨੂੰ ਬਹੁਤ ਇੱਕ ਇਹ ਵੀ ਵਹਿਮ ਹੁੰਦਾ ਨਾ ਹਰ ਇੱਕ ਦੇ ਮਨ ਦੇ ਵਿੱਚ, ਜਿਵੇਂ ਅਸੀਂ ਜਦੋਂ ਅਸੀਂ ਇਨਸਾਨ ਨੂੰ ਲੈ ਕੇ ਜਾਂਦੇ ਹਾਂ ਨਾ ਉਹ ਵੈਨ ਦੇ ਸਾਨੂੰ ਉਹ ਐਂਬੂਲੈਂਸ ਦੇ ਪੈਸੇ ਪੇ ਕਰਨੇ ਪੈਂਦੇ ਆ ਜਾਂ ਮੈਕਸਿਮਮ 500 ਹੁੰਦਾ ਉਹਦਾ ਜਾਂ ਹੋਰ ਕਿਰਾਇਆ ਹੁੰਦਾ। ਇਹਦਾ ਵੀ ਕੁਛ ਇਦਾਂ ਦਾ ਹੁੰਦਾ ਕਿਉਂਕਿ ਕਈ ਲੋਕਾਂ ਨੂੰ ਹੁੰਦਾ ਕਿ ਲੈ ਸਟਰੀਟ ਡੌਗ ਨੇ, ਗਲੀ ਦੇ ਵਿੱਚ ਕੁੱਤੇ ਨੇ, ਇਹਨਾਂ ਨੂੰ ਲੈ ਕੇ ਵੀ ਜਾਵਾਂਗੇ, ਪੈਸੇ ਲੱਗਣਗੇ ਨਾ। ਨਹੀਂ, ਟੋਟਲੀ ਜਿਹੜਾ ਸਾਡਾ ਹੈਗਾ ਇਹ NGO ਜੋ ਸਾਡੀ ਐਂਬੂਲੈਂਸ ਹੈ ਤੇ NGO ਰਨ ਕਰਦੀ ਹੈ ਫ੍ਰੀ ਆਫ ਕਾਸਟ ਹੈਗਾ। ਇਹਦੇ 'ਚ ਜੋ ਵੀ ਕੋਈ ਆਏਗਾ ਉਹਦਾ ਨਾ ਕੋਈ ਪੈਸਾ ਲੱਗੇਗਾ ਨਾ ਹੀ ਕੋਈ ਹੋਰ ਕਿਸੇ ਤਰ੍ਹਾਂ ਦਾ ਹਿਡਨ ਚਾਰजेस ਹੈਗੇ ਨੇ। ਜਿੱਦਾਂ ਹੀ ਤੁਸੀਂ ਸਾਕੋ ਲੈ ਕੇ ਆਉਂਦੇ ਹੋ ਚਾਹੇ ਉਹ ਸਾਡੇ NGO ਥਰੂ ਲੈ ਕੇ ਆਓ, ਅਗਰ NGO ਥਰੂ ਨਹੀਂ ਵੀ ਆਉਂਦੇ ਤਾਂ ਮੇਰਾ ਸ਼ੁਰੂ ਤੋਂ ਰਿਹਾ, ਮੈਨੂੰ 8 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਕੰਮ ਕਰਦੇ ਅਤੇ ਮੈਂ ਇਹੀ ਰੱਖਿਆ ਹੈਗਾ ਕਿ ਮੈਂ ਕਦੀ ਵੀ ਸਟਰੀਟ ਡੌਗ ਜੇ ਨੋਰਮਲ ਮੇਰੀ 300 ਰੁਪਈਆ ਫੀਸ ਹੈ ਤਾਂ ਉਹਨਾਂ ਦੀ ਮੈਂ 50 ਰੁਪਏ ਲੈਣਾ ਹੈਗਾ ਤਾਂ ਕਿ ਜੋ ਮੈਡੀਸਨ ਬੇਸਿਕ ਚਾਰਜ ਹੈਗੇ ਮੇਰੇ ਉਹ ਪੂਰੇ ਹੋ ਜਾਣ ਅਤੇ ਮੈਂ ਆਪਣੀ ਨਾ ਕੰਸਲਟੇਸ਼ਨ ਲੈਣਾ ਨਾ ਕੁਝ ਅਲੱਗ ਹੁੰਦਾ। ਅਤੇ ਜਿਹੜਾ NGO ਥਰੂ ਆਏਗਾ ਉਹ ਤਾਂ ਟੋਟਲੀ ਫ੍ਰੀ, ਉਹਦੇ ਤਾਂ ਕੋਈ ਪੈਸੇ ਨਹੀਂ ਹੈਗੇ। ਹੋਰ ਵੀ ਰੱਖੇ ਹੋਏ ਨੇ ਸਟਰੀਟ ਡੌਗਸ ਤੁਸੀਂ? ਹਾਂਜੀ। ਜਿੱਦਾਂ ਇਹ ਹੈ ਜੀ, ਸਾਨੂੰ ਜਿਹੜਾ ਮੇਨ ਹੁਣ ਸਾਡੇ ਕੋਲ ਪ੍ਰੋਬਲਮ ਇਹ ਆ ਰਹੀ ਸੀ ਕਿ ਸਾਡੇ ਸ਼ੈਲਟਰ ਦੀ ਬਹੁਤ ਪ੍ਰੋਬਲਮ ਸੀ ਕਿ ਡੌਗ ਅਸੀਂ ਲੈ ਤਾਂ ਆਉਂਦੇ ਸੀ ਬਟ ਸ਼ੈਲਟਰ ਨਾ ਹੋਣ ਕਰਕੇ ਕਾਫੀ ਪ੍ਰੋਬਲਮ ਆ ਰਹੀ ਹੈ। ਪੂਰੇ ਜਲੰਧਰ ਦੇ ਵਿੱਚ ਹੀ ਕੋਈ ਸ਼ੈਲਟਰ ਨਹੀਂ ਹੈਗਾ ਅਤੇ ਮੈਂ ਕੋਸ਼ਿਸ਼ ਕਰਦਾ ਹੈਗਾ ਜਿੰਨੇ ਡੌਗ ਮੇਰੇ ਕੋਲ ਇੱਥੇ ਰੱਖੇ ਜਾ ਸਕਦੇ ਅਸੀਂ ਕੇਜਿਸ ਦੇ ਵਿੱਚ ਰੱਖਦੇ ਹੈਗੇ ਹਾਂ। ਜਿੱਦਾਂ ਤੁਸੀਂ ਆਹ ਦੇਖ ਸਕਦੇ ਹੋ ਸਾਡੇ ਕੋਲ ਡੌਗ, ਪਲੱਸ ਜਿਹੜਾ ਆਪਾਂ ਰੀਸੈਂਟਲੀ ਹੁਣ ਤੁਹਾਨੂੰ ਐਂਬੂਲੈਂਸ 'ਚ ਦਿਖਾਇਆ ਉਹਨੂੰ ਵੀ ਐਡਮਿਟ ਹੀ ਕਰਨਾ ਪਏਗਾ ਕਿਉਂਕਿ ਕਿਸੇ ਨੇ ਉਹਦੀ ਜ਼ਿੰਮੇਵਾਰੀ ਨਹੀਂ ਲਈ। ਇਹ ਡੌਗ ਅਸੀਂ ਅਰਾਊਂਡ ਕਿਲੇ ਮਹੱਲੇ ਦੇ ਲਾਗੇ ਤੋਂ ਉਠਾਇਆ ਸੀਗਾ। ਇਹਦਾ ਵੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਵਾਲੀ ਵਾਰਸ ਨਹੀਂ ਸੀਗਾ ਅਤੇ ਇਹ ਹੁਣ ਜਦ ਤੱਕ ਠੀਕ ਨਹੀਂ ਹੁੰਦਾ ਇਹਦੇ ਫ੍ਰੈਕਚਰ ਹੋ ਰੱਖਿਆ ਪਿਛਲੀ ਲੱਤ 'ਚ, ਇਹਨੂੰ ਆਪਣੇ ਕੋਲ ਰੱਖੋ। ਕਿਸੇ ਨੇ ਤੁਹਾਨੂੰ ਮਤਲਬ ਤਾਲਮੇਲ ਕਰਕੇ? ਤਾਲਮੇਲ ਨਹੀਂ ਹੋਇਆ ਸੀਗਾ। ਇਹ ਸਾਡੀ ਵੈਨ ਜਾ ਰਹੀ ਸੀ ਕੋਈ ਇੱਕ ਡੌਗ ਲੈਂਡ ਪਰਟੀਕੂਲਰ ਅਤੇ ਉਹ ਡੌਗ ਲੈਂਡ ਜਾਂਦੇ ਰਸਤੇ ਦੇ ਵਿੱਚ ਸਾਨੂੰ ਮਿਲਿਆ ਅਤੇ ਇਹਨੂੰ ਅਸੀਂ ਉਠਾ ਲਿਆਏ ਸੀਗੇ। ਦੂਸਰਾ ਇਹ ਡੌਗ ਹੈ, ਸਾਡੇ ਵਲੰਟੀਅਰ ਨੇ ਇਹ ਡੌਗ ਫਾਈਟ ਹੋਈ ਸੀਗੀ ਅਤੇ ਉਹਦਾ ਜੌ ਬ੍ਰੇਕ ਹੋ ਗਿਆ ਸੀ। ਤੁਸੀਂ ਦੇਖ ਸਕਦੇ ਹੋ ਉਹਦਾ ਮੂੰਹ ਖੁੱਲ੍ਹਾ ਹੋਇਆ। ਜੌ ਬ੍ਰੇਕ ਹੋਣ ਕਰਕੇ ਉਹ ਨਾ ਕੁਝ ਖਾ ਪੀ ਪਾ ਰਿਹਾ ਸੀ ਨਾ ਉਹ ਕੁਝ ਚੱਲ ਫਿਰ ਰਿਹਾ ਸੀ। ਇਹਨੂੰ 3 ਦਿਨ ਹੋ ਗਏ ਨੇ ਸਾਡੇ ਕੋਲ ਅਤੇ ਹੁਣ ਟੋਟਲੀ ਖਾਣਾ ਸਟਾਰਟ ਕਰ ਦਿੱਤਾ ਹੈ। ਡਾਕਟਰ ਸਾਹਿਬ ਜਗ੍ਹਾ ਜਿੱਦਾਂ ਘੱਟ ਆ ਅਤੇ ਡੌਗਸ ਜਦੋਂ ਤੁਸੀਂ ਰੱਖਦੇ ਹੋ ਉਹਨਾਂ ਨੂੰ ਆਪਸ ਦੇ ਵਿੱਚ ਇਨਫੈਕਸ਼ਨ ਦਾ ਡਰ ਤਾਂ ਨਹੀਂ ਰਹਿੰਦਾ? ਬਿਲਕੁਲ ਇਹੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਕਿ ਸਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੀ ਇਸ ਚੀਜ਼ ਤੋਂ ਆ ਰਹੀ ਹੈ ਕਿ ਡੌਗ ਰੱਖਣ 'ਚ ਬਹੁਤ ਪ੍ਰੋਬਲਮ ਹੈ। ਇਹੀ ਜ਼ਿੰਮੇਵਾਰੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਅਗਰ ਤੁਸੀਂ ਕੰਪਲੇਂਟ ਕਰਦੇ ਹੋ ਤਾਂ ਕੋਸ਼ਿਸ਼ ਕਰੋ
ਥੋੜ੍ਹਾ ਤੁਹਾਡੇ ਵੱਲੋਂ ਵੀ ਸੇਵਾ ਹੋਵੇ, ਤੁਸੀਂ ਡੌਗ ਨੂੰ ਰੱਖ ਸਕੋ। ਅਤੇ ਇੱਥੇ ਅਗਰ ਅਸੀਂ ਰੱਖਾਂਗੇ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ 1 2 3 ਪਿੰਜਰੇ ਆਪਾਂ ਰੱਖੇ ਨੇ, ਇੱਕ ਪਿੰਜਰਾ ਹੋਰ ਐਡ ਕਰ ਲਾਂਗੇ, ਬਟ ਉਹਦੇ ਨਾਲ ਕੀ ਹੈ, ਅਗਰ ਇੱਕ ਪਿੰਜਰੇ ਦੇ ਵਿੱਚ 2 ਡੌਗ ਰੱਖ ਲਾਂਗੇ, ਕਈ ਇੱਦਾਂ ਦੀਆਂ ਬਿਮਾਰੀਆਂ ਨੇ ਡੌਗਸ ਦੀਆਂ ਜੋ ਇੱਕ ਡੌਗ ਤੋਂ ਦੂਸਰੇ ਨੂੰ ਹੋ ਜਾਂਦੀਆਂ ਨੇ, ਫਿਰ ਉਹ ਅਸੀਂ ਕੰਮ ਸਹੀ ਕਰਨ ਦੀ ਬਜਾਏ ਆਪਾਂ ਗਲਤ ਕੰਮ ਵੱਲ ਜਾ ਰਹੇ। ਬਸ ਸਾਨੂੰ ਸਿਰਫ 15 ਤੋਂ 20 ਦਿਨ ਦਾ ਹੋਰ ਟਾਈਮ ਚਾਹੀਦਾ। ਉਸ ਤੋਂ ਬਾਅਦ ਸਾਡਾ ਸ਼ੈਲਟਰ ਓਪਨ ਹੋ ਰਿਹਾ ਤਲਣ ਰੋਡ 'ਤੇ, ਉੱਥੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ। ਫਿਰ ਸਾਨੂੰ ਇਹ ਕੋਈ ਇਸ਼ੂ ਨਹੀਂ ਆਏਗਾ, ਚਾਹੇ ਜਿੰਨੀ ਮਰਜ਼ੀ ਕੰਪਲੇਂਟ ਕਰੋ, ਅਸੀਂ ਆਪਣੇ ਸ਼ੈਲਟਰ 'ਤੇ ਲੈ ਜਾਵਾਂਗੇ। ਇਹ ਬੜੇ ਕਾਇਮ ਸਵਾਲ ਇਹ ਵੀ ਬਣ ਜਾਂਦਾ ਜਦੋਂ ਅਸੀਂ ਡੌਗਸ ਨੂੰ ਲੈਣ ਜਾਂਦੇ ਆ ਹਾਂਜੀ। ਤੇ ਲੋਕਾਂ ਦੇ ਮਨਾਂ ਵਿੱਚ ਜਿਹੜੇ ਡੌਗ ਲਵਰਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਕਿ ਡੌਗ ਲੈ ਗਏ ਨੇ, ਸ਼ਾਇਦ ਇਹਨਾਂ ਨੇ ਵਾਪਸ ਛੱਡ ਕੇ ਜਾਣਾ ਜਾਂ ਨਹੀਂ ਛੱਡ ਕੇ ਜਾਣਾ, ਜਾਂ ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੇ ਨਹੀਂ ਆ ਉਹ ਲੜਾਈ ਵੀ ਕਰਦੇ ਨੇ। ਇਹ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਫੇਸ ਕਰਦੇ ਹੋ? ਮੈਮ ਇਹਨਾਂ ਚੀਜ਼ਾਂ ਦੀ ਤੁਹਾਨੂੰ ਮੈਂ ਕਲੀਅਰ ਗੱਲ ਕਰ ਦੇਣੀ ਚਾਹੁੰਦਾ ਕਿ ਜਲੰਧਰ ਦੇ ਵਿੱਚ 2 ਵੈਨ ਚੱਲਦੀਆਂ ਨੇ। ਇੱਕ ਤਾਂ ਸਾਡੀ ਐਂਬੂਲੈਂਸ ਹੈ ਜੋ NGO ਤੌਰ ਤੇ ਚੱਲਦੀ ਹੈਗੀ ਹੈ, ਤੇ ਦੂਸਰੀ ਜਿਹੜੀ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਜਿਹੜਾ ਸਟਰਲਾਈਜੇਸ਼ਨ ਦਾ ABC ਦਾ ਪ੍ਰੋਗਰਾਮ ਚੱਲ ਰਿਹਾ ਹੈਗਾ। ਇਹ ਦੋਨੋਂ ਡਿਫਰੈਂਟ ਹੈ। ਜਿਹੜੀ ਸਾਡੀ ਵੈਨ ਦੇ ਵਿੱਚ ਡੌਗ ਆਏਗਾ ਉਹ ਇੰਜਰਡ ਡੌਗ ਆਏਗਾ ਜਾਂ ਬਿਮਾਰ ਡੌਗ ਆਏਗਾ। ਜੋ MCJ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਵਾਲੇ ਚਲਾ ਰਹੇ ਨੇ ਉਹ ਸਟਰਲਾਈਜੇਸ਼ਨ ਲਈ ਲੈ ਕੇ ਜਾਂਦੇ ਨੇ, ਤੇ ਉਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਡੌਗ ਲਵਰਸ ਡਰਦੇ ਨੇ ਕਿ ਡੌਗ ਆਏਗਾ ਵਾਪਸ ਕਿ ਨਹੀਂ ਆਏਗਾ। ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ ਕਿ ਅਗਰ ਡੌਗ ਕਿਸੇ ਜਗ੍ਹਾ ਤੋਂ ਚੱਕਿਆ ਜਾਏਗਾ ਤੇ ਉਸੇ ਜਗ੍ਹਾ ਤੇ ਵਾਪਸ ਛੱਡਿਆ ਜਾਏਗਾ। ਉਹ ਨਾ ਰੀਲੋਕੇਟ ਹੋ ਸਕਦਾ, ਨਾ ਉਹਨੂੰ ਆਪਾਂ ਕਰ ਸਕਦੇ ਹੈਗੇ ਆ। ਇਸ ਕਰਕੇ ਇਹ ਚੀਜ਼ ਦਾ ਤੁਸੀਂ ਦਿਮਾਗ 'ਚੋਂ ਬਿਲਕੁਲ ਆਪਣਾ ਕੱਢ ਦਿਓ ਕਿ ਉਹ ਤੁਹਾਡਾ ਡੌਗ ਕਿਤੇ ਹੋਰ ਛੱਡਣਗੇ। ਇੱਦਾਂ ਦਾ ਕੁਝ ਨਹੀਂ ਹੈਗਾ। ਬਾਕੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਵੀ ਹੈਗੀ ਹੈ ਤਾਂ ਮੈਂ ਜਿਹੜਾ ABC ਪ੍ਰੋਗਰਾਮ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਚੱਲ ਰਿਹਾ ਉਹਦੀ ਮੋਨੀਟਰਿੰਗ ਕਮੇਟੀ ਦਾ ਮੈਂ ਮੈਂਬਰ ਹੈਗਾ। ਅਸੀਂ 5 ਮੈਂਬਰੀ ਕਮੇਟੀ ਹੈ, ਉਹਦਾ 1 ਮੈਂਬਰ ਮੈਂ ਹੈਗਾ, ਤੇ ਅਸੀਂ ਸਿੱਧੇ DC ਸਾਹਿਬ ਨੂੰ ਰਿਪੋਰਟ ਕਰਨਾ ਹੁੰਦਾ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਟਾਈਮ ਜੀ। ਹਾਂਜੀ। ਪਰ ਜੇ ਦੇਖੀਏ ਹੁਣ ਸਮਰ ਚੱਲ ਰਿਹਾ, ਗਰਮੀਆਂ ਸ਼ੁਰੂ ਹੋ ਗਈਆਂ, ਕਿਉਂਕਿ ਇਹਨਾਂ ਦੇ ਵਿੱਚ ਡੌਗਸ ਦੇ ਵਿੱਚ ਆਲਰੇਡੀ ਹੀਟ ਬਹੁਤ ਹੁੰਦੀ ਹੈ। ਇਹ ਕਈ ਵਾਰੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਸਟਰੀਟ ਡੌਗ ਨੇ ਇਹਨਾਂ ਨੂੰ ਕੀ ਫੂਡ ਦੇਣਾ ਚਾਹੀਦਾ। ਉਹ ਇਸੇ ਤਰ੍ਹਾਂ ਦਿੰਦੇ ਨੇ, ਮੁੜ ਕੇ ਉਹਨਾਂ ਨੂੰ ਇੰਟਰਨਲੀ ਕੋਈ ਪ੍ਰੋਬਲਮ ਹੋ ਜਾਂਦੀ, ਉਹਦੇ ਲਈ ਕੀ ਖਾਸ ਧਿਆਨ ਰੱਖਣਾ ਚਾਹੀਦਾ? ਦੇਖੋ, ਇਹ ਜਿਹੜਾ ਆਪਾਂ ਸਟਰੀਟ ਡੌਗ ਦੀ ਫੀਡਿੰਗ ਕਰਦੇ ਹੈਗੇ ਆ, ਸਟਰੀਟ ਡੌਗ ਦੀ ਫੀਡਿੰਗ ਦੇ ਵਿੱਚ ਗਰਮੀਆਂ 'ਚ ਖਾਸ ਧਿਆਨ ਇਹ ਦੇਣਾ ਚਾਹੀਦਾ ਹੈ ਕਿ ਹੈਵੀ ਫੂਡ ਨਾ ਦਿਓ, ਫੀਡ ਵੱਲ ਨਾ ਜਾਓ। ਜ਼ਿਆਦਾਤਰ ਮੈਂ ਫੀਡਰਸ ਦੇਖੇ ਨੇ ਉਹ ਫੀਡ ਬਹੁਤ ਦਿੰਦੇ ਨੇ। ਫੀਡ ਨਾਲ ਉਹਨਾਂ ਨੂੰ ਗਰਮੀ ਆਉਂਦੀ ਹੈ, ਪਾਣੀ ਦੀ ਵੀ ਪ੍ਰੋਬਲਮ ਆਉਂਦੀ ਹੈਗੀ ਸਟਰੀਟ ਡੌਗਸ ਲਈ, ਤੇ ਉਹਦੇ ਕਰਕੇ ਕਈ ਵਾਰੀ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ। ਤੇ ਸਾਰਿਆਂ ਨਾਲੋਂ ਬੈਸਟ ਹੈ ਕਿ ਤੁਸੀਂ ਲੱਸੀ ਦੇ ਸਕਦੇ ਹੋ, ਲੱਸੀ ਨਹੀਂ ਤਾਂ ਦਹੀਂ ਦੇ ਸਕਦੇ ਹੋ। ਇਹ ਸਭ ਤੋਂ ਬੈਸਟ ਡਾਈਟ ਹੈ ਇਸ ਗਰਮੀਆਂ ਦੇ ਵਿੱਚ ਆਪਣੇ ਸਟਰੀਟ ਡੌਗਸ ਨੂੰ ਦੇਣ ਦੀ, ਬਜਾਏ ਕਿ ਜਿੰਨਾ ਪੈਸਾ ਅਸੀਂ ਇੱਕ ਡੌਗ ਫੀਡ ਤੇ ਖਰਚਾਂਗੇ ਉਨਾ ਆਪਾਂ ਉਹਨਾਂ ਨੂੰ ਦਹੀਂ ਤੇ ਖਿਚੜੀ ਵੀ ਦੇ ਸਕਦੇ ਹਾਂ। ਜਿੰਨਾ ਆਪਾਂ ਲਿਕੁਇਡ ਚੀਜ਼ ਦੇਵਾਂਗੇ ਉਹ ਬੈਸਟ ਰਹੇਗੀ ਜੀ। ਜਦੋਂ ਡਾਕਟਰ ਮਤਲਬ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ ਡੌਗ ਨੂੰ, ਨਾ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਇਹਨੂੰ ਕਿਸੇ ਹੋਰ ਪ੍ਰੋਬਲਮ ਹੋਈ ਹੋਗੀ। ਉਹ ਕਿਵੇਂ, ਜੇ ਸਾਨੂੰ ਥੋੜਾ ਜਿਹਾ ਵੀ ਕੋਈ ਸਿੰਪਟਮ ਲੱਗਦਾ ਤੇ ਸਾਨੂੰ ਤੁਹਾਡੇ ਨਾਲ ਕੰਸਰਨ ਕਰਨਾ ਚਾਹੀਦਾ? ਦੇਖੋ ਜੀ, ਸੇਮ ਇੱਕ ਹਿਊਮਨਸ ਦੀ ਤਰ੍ਹਾਂ ਹੈਗਾ, ਡੌਗ ਦਾ ਵੀ ਸਾਰਾ ਸਿਸਟਮ ਉੱਦਾਂ ਹੀ ਹੈਗਾ। ਜਦੋਂ ਆਪਾਂ ਨੂੰ ਅਸੀਂ ਆਪਣੀ ਐਗਜ਼ਾਮਪਲ ਲੈ ਲਈਏ ਕਿ ਜਦੋਂ ਸਾਡਾ ਜੀ ਨਹੀਂ ਕਰਦਾ ਹੁੰਦਾ ਕਿ ਅਸੀਂ ਕੁਝ ਖਾਣਾ ਨਹੀਂ ਹੈਗਾ, ਅਸੀਂ ਪੀਣਾ ਨਹੀਂ, ਅਸੀਂ ਰੈਸਟ ਕਰਨੀ ਹੈਗੀ ਹੈ, ਨਹੀਂ ਤਾਂ ਕੌਣ ਰੈਸਟ ਕਰਦਾ? ਆਪਾਂ ਕੰਮ 'ਚ ਇੰਨੇ ਰੁੱਝੇ ਹੁੰਦੇ ਆ ਕਿ ਆਪਾਂ ਹਮੇਸ਼ਾ ਕੰਮ ਵੱਲ ਨੂੰ ਜਾਈਦਾ। ਆਪਣਾ ਜਦੋਂ ਜੀ ਨਹੀਂ ਕਰਦਾ ਸਮਝ ਲਓ ਅਸੀਂ ਬਿਮਾਰ ਹੋ ਗਏ ਹਾਂ, ਤੇ ਆਪਾਂ ਵੀ ਡਾਕਟਰ ਨੂੰ ਕੰਸਲਟ ਕਰਦੇ ਹਾਂ। ਸੇਮ ਇੱਦਾਂ ਹੀ ਡੌਗ ਦੇ ਨਾਲ ਹੈ। ਅਗਰ ਡੌਗ ਤੁਹਾਡਾ ਖਾਣਾ ਛੱਡ ਰਿਹਾ ਹੈਗਾ, ਜਾਂ ਖਾਣਾ ਖਾ ਨਹੀਂ ਰਿਹਾ, ਜਾਂ ਵੋਮਿਟਸ ਕਰ ਰਿਹਾ ਹੈ, ਕੋਈ ਲੂਜ਼ ਮੋਸ਼ਨ ਕਰ ਰਿਹਾ ਹੈ, ਜਾਂ ਇਨਐਕਟਿਵ ਹੋ ਗਿਆ, ਤੇ ਉੱਤੇ ਉਸ ਕੰਡੀਸ਼ਨ ਦੇ ਵਿੱਚ ਪਹਿਲਾ ਸਟੈਪ ਤੁਸੀਂ ਆ ਚੱਕਣਾ ਹੈਗਾ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਲਾਗੇ ਤੋਂ ਲਾਗੇ ਕਿਸੇ ਵੀ ਵੈਟਨਰੀ ਡਾਕਟਰ ਕੋਲ ਜਾਓ। ਜ਼ਰੂਰੀ ਨਹੀਂ ਕਿ ਸਾਡੇ ਕਲੀਨਿਕ 'ਤੇ ਆਉਣਾ, ਤੁਸੀਂ ਗਵਰਨਮੈਂਟ ਵੈਟ ਕੋਲ ਜਾ ਸਕਦੇ ਹੋ, ਕੋਈ ਵੀ ਅਦਰ ਵੈਟ ਕੋਲ ਜਾ ਸਕਦੇ ਹੋ। ਡਾਕਟਰ ਕੋਲ ਜਾਓ। ਸੈਲਫ ਮੈਡੀਕੇਸ਼ਨ ਕਦੀ ਨਾ ਕਰੋ। ਸਭ ਤੋਂ ਜ਼ਿਆਦਾ ਪ੍ਰੋਬਲਮ ਸਾਡੇ ਫੀਲਡ ਦੇ ਵਿੱਚ ਸੈਲਫ ਮੈਡੀਕੇਸ਼ਨ ਦੀ ਹੈਗੀ ਹੈ ਕਿ ਆਪਾਂ ਜਾਂਦੇ ਹਾਂ ਮੈਡੀਕਲ ਸਟੋਰ 'ਤੇ ਜਾ ਕੇ ਇੱਕ ਦਵਾਈ ਲੈ ਲੈਂਦੇ ਹਾਂ। ਉਹ ਜਦ ਤੱਕ ਬਾਅਦ 'ਚੋਂ ਦਵਾਈ ਦੇਣ ਤੋਂ ਬਾਅਦ ਉਹਦੀ ਕੰਡੀਸ਼ਨ ਹੋਰ ਖਰਾਬ ਹੋ ਜਾਂਦੀ ਹੈ ਡੌਗ ਦੀ। ਉਹ ਡਾਕਟਰ ਕੋਲ ਪਹੁੰਚਦੇ ਨੇ, ਤੇ ਡਾਕਟਰ ਕੋਲ ਪਹੁੰਚਦੇ ਜਦ ਤੱਕ ਉਹਨਾਂ ਨੇ ਆਉਣਾ ਸਾਡੇ ਕੋਲ, ਤਾਂ ਉਹਦੀ ਕੰਡੀਸ਼ਨ ਵਰਸਟ ਹੋ ਜਾਂਦੀ ਹੈ, ਤੇ ਕਈ ਵਾਰ ਸਾਡੇ ਹੱਥੋਂ ਵੀ ਬਾਹਰ ਹੋ ਜਾਂਦੀ ਹੈ ਚੀਜ਼। ਹੁਣ ਤੱਕ ਕਿੰਨੇ ਸਟਰੀਟ ਡੌਗ ਤੁਹਾਡੇ ਕੋਲ ਆ ਚੁੱਕੇ ਨੇ, ਤੇ ਇੱਕ ਖਾਸ ਤੌਰ ਤੇ ਜਿਹੜੇ ਅਡਾਪਟ ਕਰਦੇ ਨੇ ਸਟਰੀਟ ਡੌਗ ਨੂੰ, ਤੇ ਉਹਦੇ ਲਈ ਖਾਸ ਇੱਕ ਤੁਸੀਂ ਕੁਝ ਰੱਖਿਆ ਹੋਇਆ, ਉਹ ਕੀ ਹੈ? ਦੇਖੋ ਮੈਮ, ਵੈਸੇ ਤਾਂ ਮੈਂ 2014 ਤੋਂ ਇਸ ਸੋਸ਼ਲ ਵਰਕ ਦੇ ਵਿੱਚ ਜੁੜਿਆ ਹੋਇਆ। ਲੋਕਡਾਊਨ ਦੇ ਵਿੱਚ ਵੀ ਮੈਂ ਅਰਾਊਂਡ 200-250 ਡੌਗ ਨੂੰ ਰੋਜ਼ ਫੀਡਿੰਗ ਕਰਦਾ ਹੁੰਦਾ ਸੀਗਾ, ਕਿਉਂਕਿ ਉਦੋਂ ਕਲੀਨਿਕਸ ਬੰਦ ਹੋਏ ਸੀਗੇ। ਪਲੱਸ ਜਿਹੜਾ ਸਾਡਾ ਤੁਸੀਂ ਅਗਰ NGO ਦੇ ਰਿਲੇਟਿਡ ਪੁੱਛੋਗੇ ਤਾਂ NGO ਦੇ ਰਿਲੇਟਿਡ ਅਰਾਊਂਡ 180 ਪਲੱਸ ਡੌਗ ਸਾਡੇ ਕੋਲ ਆ ਚੁੱਕੇ ਨੇ, ਜਿਨ੍ਹਾਂ ਦਾ ਅਸੀਂ ਟ੍ਰੀਟਮੈਂਟ ਕਰ ਚੁੱਕੇ ਹਾਂ। ਉਸ ਤੋਂ ਅਤੇ ਇਹ ਸਾਰਾ ਕੁਝ ਔਨ ਰਿਕਾਰਡ ਹੈ। ਸਾਡੇ ਕੋਲ ਹਰ ਚੀਜ਼ ਮੇਨਟੇਨਡ ਹੁੰਦੀ ਹੈ। ਇੱਕ ਸਾਡੀ ਬੁੱਕ ਆਪਣੇ ਵੈਨ ਦੇ ਵਿੱਚ ਲੱਗੀ ਹੋਈ ਹੈ, ਇੱਕ ਬੁੱਕ ਹੈਗੀ ਹੈ ਜੋ ਇੱਥੇ ਅਸੀਂ ਕ੍ਰੋਸ ਚੈੱਕ ਕਰਦੇ ਹਾਂ ਕਿ ਕਿੰਨੇ ਆਏ ਕਿੰਨੇ ਗਏ। ਉਸ ਤੋਂ ਬਾਅਦ 20 ਪਲੱਸ ਅਸੀਂ ਜਿਹੜੇ ਡੌਗਸ ਹੈਗੇ ਆ ਉਹਨਾਂ ਦੀ ਸਰਜਰੀ ਕਰ ਚੁੱਕੇ ਹਾਂ, ਮੇਜਰ ਮਾਈਨਰ ਦੋਨੋਂ। ਮੇਜਰ ਦੇ ਵਿੱਚ ਸਟਰਲਾਈਜੇਸ਼ਨ ਆ ਜਾਂਦੀ ਹੈ, ਜਿਨ੍ਹਾਂ 'ਚ 2 ਫੀਮੇਲ ਦੀ ਸਟਰਲਾਈਜੇਸ਼ਨ ਕੀਤੀ ਗਈ ਹੈ ਤੇ 1 ਮੇਲ ਦੀ ਕੀਤੀ ਗਈ ਹੈ, ਤੇ ਮਾਈਨਰ ਸਰਜਰੀ 'ਚ ਉਹਨਾਂ ਦੇ ਟਿਊਮਰ ਵਗੈਰਾ ਅਸੀਂ
ਰਿਮੂਵ ਕੀਤੇ ਹੈਗੇ ਨੇ ਤੇ ਕਈ ਕੇਸਿਸ ਸਾਨੂੰ ਆਉਂਦੇ ਨੇ ਜਿਨ੍ਹਾਂ ਦਾ ਪਿਛਲੇ ਲੈਗ ਖੜ ਜਾਂਦੀ ਹੈਗੀ ਹੈ, ਉਹ ਕੇਸਿਸ ਵੀ ਅਸੀਂ NGO ਥਰੂ ਠੀਕ ਕਰ ਚੁੱਕੇ ਹਾਂ ਤੇ ਉਹਦੇ ਰਿਵਿਊਜ਼ ਕਾਫੀ ਅੱਛੇ ਸਾਡੇ ਪੇਜ ਤੇ ਆ ਰਹੇ ਨੇ। ਜਦੋਂ ਸਟਰੀਟ ਡੌਗ ਆਉਂਦੇ ਨੇ, ਸਟਰੀਟ ਡੌਗ ਦੇ ਦੌਰਾਨ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ, ਟ੍ਰੀਟਮੈਂਟ ਸ਼ੁਰੂ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਵਾਪਸ ਛੱਡ ਆਂਦਾ, ਪਰ ਉਹਨਾਂ ਦੀ ਮੈਡੀਸਨ ਬਾਅਦ ਦੇ ਵਿੱਚ ਧਿਆਨ ਰੱਖਣਾ ਇਹ ਕਿਵੇਂ ਮਤਲਬ ਸਾਡਾ ਇਦਾਂ ਹੁੰਦਾ ਹੈ ਕਿ ਜਿਹੜਾ ਤਾਂ ਨਾਰਮਲ ਡੌਗ ਹੈਗਾ, ਨਾਰਮਲ ਡੌਗ ਨੂੰ ਤਾਂ ਅਸੀਂ ਅੱਜ ਟ੍ਰੀਟਮੈਂਟ ਦਿੱਤਾ, ਉਸ ਤੋਂ ਬਾਅਦ ਸਾਡੇ ਲੜਕੇ ਪਹਿਲੇ ਦਿਨ ਦੇ ਇੰਜੈਕਸ਼ਨ ਇੱਥੇ ਦੇਣ ਤੋਂ ਬਾਅਦ ਬਾਕੀ ਉਹ ਲੜਕੇ ਉੱਥੇ ਜਾ ਕੇ ਮੌਕੇ ਤੇ ਦੇ ਦਿੰਦੇ ਨੇ, ਜੇ ਕੋਈ ਓਨਰ ਉਹਦੀ ਜ਼ਿੰਮੇਵਾਰੀ ਚੱਕਦਾ ਹੈ ਤਾਂ। ਅਗਰ ਸਾਨੂੰ ਲੱਗਦਾ ਹੈ ਕਿ ਓਨਰ ਜ਼ਿੰਮੇਵਾਰੀ ਨਹੀਂ ਚੱਕੇਗਾ, ਫਿਰ ਅਸੀਂ ਕੋਸ਼ਿਸ਼ ਕਰੀਦੀ ਹੈ ਕਿ 1-2 ਡੌਗਸ ਨੂੰ ਅਸੀਂ 1-2 ਦਿਨ ਜਿੱਦਾਂ ਰੱਖੇ ਹੋਏ ਨੇ ਇੱਥੇ ਰੱਖ ਲਈਏ, ਤਾਂ ਜਦੋਂ ਇੱਥੋਂ ਠੀਕ ਹੋ ਜਾਂਦੇ ਨੇ, ਜਿੱਥੋਂ ਚੱਕਿਆ ਹੁੰਦਾ ਸੀ ਉੱਥੇ ਵਾਪਸ ਛੱਡ ਜਾਂਦੇ ਹਾਂ ਜੀ। ਹਾਂਜੀ, ਕੀ ਮੈਸੇਜ ਦੇਣਾ ਚਾਹੁੰਦੇ ਆ ਸਪੈਸ਼ਲੀ ਡੌਗ ਲਵਰਸ ਨੂੰ ਵੀ ਤੇ ਜਿਹੜੇ ਨਹੀਂ ਆ ਉਹਨਾਂ ਨੂੰ ਵੀ ਕਿ ਇਨਸਾਨੀਅਤ ਤੌਰ ਤੇ ਇਹਨਾਂ ਦੀ ਹੈਲਪ ਜਿਹੜੀ ਬੇਜ਼ੁਬਾਨਾਂ ਦੀ ਕਰਨੀ ਬਣਦੀ ਹੈ? ਦੇਖੋ ਬਿਲਕੁਲ ਜੀ, ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਆਪਣਾ ਟੋਟਲ ਟਾਈਮ ਦਿਓ, ਐਟਲੀਸਟ ਦਿਨ ਦੇ ਵਿੱਚ ਜਿਹੜਾ ਆਪਣਾ ਫ੍ਰੀ ਟਾਈਮ ਹੈ ਜੋ ਅਸੀਂ ਵੈਸੇ ਹੀ ਗੁਜ਼ਾਰ ਲੈਂਦੇ ਹੈਗੇ ਆ, ਤੇ ਉਹਦੇ 'ਚ ਆਪਾਂ ਅਗਰ ਇਹਨਾਂ ਦੀ ਡੌਗ ਦੀ ਹੈਲਪ ਕਰ ਸਕੀਏ, ਜਾਂ ਤੁਸੀਂ ਸਾਡੇ NGO ਦੀ ਵਲੰਟੀਅਰ ਬਣ ਸਕਦੇ ਹੋ। ਵਲੰਟੀਅਰ ਦੇ ਵਿੱਚ ਇਹ ਨਹੀਂ ਤੁਹਾਨੂੰ ਕਹਿੰਦੇ ਕਿ ਸਾਨੂੰ 24 ਘੰਟੇ ਸਾਡੇ ਨਾਲ ਚਾਹੀਦੇ ਹੋ, ਤੁਸੀਂ ਐਟਲੀਸਟ ਇੰਨਾ ਹੈ ਕਿ ਆਪਣੇ ਟਾਈਮ ਦਾ 1 ਘੰਟਾ ਅੱਧਾ ਘੰਟਾ ਸਾਨੂੰ ਦਿਓ, ਆਪਣੇ ਏਰੀਏ 'ਚ ਦੇਖੋ ਕੋਈ ਡੌਗ ਨੂੰ ਪ੍ਰੋਬਲਮ ਤਾਂ ਨਹੀਂ ਆ ਰਹੀ, ਅਗਰ ਆ ਰਹੀ ਹੈ ਤਾਂ ਸਾਡੇ ਤੱਕ ਤੁਸੀਂ ਕੰਟੈਕਟ ਕਰੋ, ਸਾਡੇ ਨਾਲ ਸਾਡੀ NGO ਨਾਲ ਕੰਟੈਕਟ ਕਰੋ, ਤਾਂ ਕਿ ਅਸੀਂ ਵੀ ਉੱਥੇ ਸੇਵਾ ਪ੍ਰੋਵਾਈਡ ਕਰ ਸਕੀਏ। ਬਾਕੀ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਸੇਵਾ ਦੋਨੋਂ ਹੱਥਾਂ 'ਚੋਂ ਹੁੰਦੀ ਹੈ, ਇੱਦਾਂ ਨਾ ਹੋਵੇ ਕਿ ਸਾਰਾ ਭਾਰ ਤੁਸੀਂ ਸਾਡੇ ਉੱਤੇ ਪਾ ਦਿਓ ਤੇ ਅਸੀਂ ਵੀ ਹੈਲਪ ਕਰਾਂਗੇ, ਥੋੜ੍ਹੀ ਹੈਲਪ ਤੁਸੀਂ ਵੀ ਕਰੋ, ਤਾਂ ਅਸੀਂ ਇਹ ਬੇਜੁਬਾਨਾਂ ਦੀ ਬਹੁਤ ਹੈਲਪ ਕਰ ਸਕਦੇ ਹਾਂ। ਬਾਕੀ ਥੋੜ੍ਹੀ ਜਿੰਨਾ ਹੋ ਸਕਦਾ, ਜਿੰਨੀ ਆਪਣੀ ਜੇਬ ਭਾਰ ਚੱਲਦੀ ਹੈਗੀ ਹੈ, ਥੋੜ੍ਹਾ ਬਹੁਤ ਖਾਣਾ ਘਰ ਦਾ ਬਚਿਆ ਹੀ ਖਾਣਾ ਦੇ ਦਿਓ, ਬਾਹਰੋਂ ਨਾ ਖਰੀਦੋ। 2 ਰੋਟੀਆਂ ਘਰ ਦੀਆਂ ਬਚੀਆਂ ਹੈਗੀਆਂ, 2 ਰੋਟੀਆਂ ਆਪਾਂ ਪਾ ਸਕਦੇ ਹਾਂ। ਮੇਰੇ ਦਿਮਾਗ 'ਚ ਨਹੀਂ ਖੜੇ ਇੱਕ ਸਵਾਲ ਆਇਆ, ਜਿਹੜੇ ਸਾਡੇ ਘਰੇਲੂ ਕੁੱਤੇ ਨੇ ਜਿਨ੍ਹਾਂ ਨੂੰ ਅਸੀਂ ਫੀਡ ਜਿਹੜੇ ਬ੍ਰੈਂਡਡ ਲਿਆਉਂਦੇ ਸੀ, ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਵਾ ਵੀ ਦਿੰਦੇ ਹਾਂ, ਉਹਨਾਂ ਨੂੰ ਇੱਕਦਮ ਅਸੀਂ ਫਰੈਸ਼ ਰੱਖਦੇ। ਇਹਨਾਂ ਸਟਰੀਟ ਡੌਗਸ ਨੂੰ ਤਾਂ ਕੋਈ ਨਵਾਉਣ ਵਾਲਾ ਨਹੀਂ ਹੁੰਦਾ, ਇਹਨਾਂ ਦੇ ਲਈ ਖਾਸ ਕੀ ਹੋਣਾ ਚਾਹੀਦਾ? ਦੇਖੋ ਜਿਹੜੇ ਸਟਰੀਟ ਡੌਗਸ ਹੁੰਦੇ ਨੇ ਇਹ ਕਿਉਂਕਿ ਗਰੁੱਪ 'ਚ ਰਹਿੰਦੇ ਨੇ, ਹਮੇਸ਼ਾ 2-3 ਜਣਿਆਂ ਦਾ ਗਰੁੱਪ ਹੁੰਦਾ ਹੈਗਾ, ਇਹ ਮੋਸਟਲੀ ਕੀ ਹੈ, ਇੱਕ ਤਾਂ ਇਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਐਜ਼ ਕੰਪੇਅਰ ਟੂ ਜਿਹੜੇ ਆਪਣੇ ਘਰ ਦੇ ਡੌਗ, ਕਿਉਂਕਿ ਘਰਾਂ ਦੇ ਡੌਗਸ ਨੂੰ ਆਪਾਂ ਸੋਲ ਬਣਾ ਲਿਆ, ਉਹਨਾਂ ਨੂੰ ਖਾਣਾ ਵੀ ਅੱਛਾ, ਸਭ ਕੁਝ ਅੱਛਾ ਦਿੰਦੇ ਆ, ਉਹ ਬਿਮਾਰ ਹੁੰਦੇ ਨੇ। ਇਹ ਡੌਗਸ ਜਿਹੜੇ ਸਟਰੀਟ ਡੌਗ ਹੈ ਇਹ ਇੰਨੀ ਜਲਦੀ ਬਿਮਾਰ ਨਹੀਂ ਹੁੰਦੇ, ਸਿਰਫ ਇਹਨਾਂ 'ਚ ਇੱਕ ਹੀ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਇਹਨਾਂ 'ਚ ਟਿਕਸ ਆ ਜਾਂਦੇ ਨੇ, ਜਾਂ ਫਿਰ ਕੋਈ ਇਹਨਾਂ ਨੂੰ ਗੱਡੀ ਹਿੱਟ ਕਰ ਜੇ, ਬਸ ਇਸ ਤੋਂ ਇਲਾਵਾ ਜਾਂ ਇਹਨਾਂ ਦੀ ਆਪਣੀ ਡੌਗ ਫਾਈਟ ਹੋ ਜੇ। ਤੇ ਵੈਸੇ ਅਗਰ ਜਦੋਂ ਇਹ ਗਰੁੱਪ 'ਚ ਰਹਿੰਦੇ ਨੇ, ਇੱਕ ਦੂਸਰੇ ਨੂੰ ਚੱਟਦੇ ਨੇ, ਲਿਕ ਕਰਦੇ ਨੇ, ਤਾਂ ਉਦੋਂ ਪ੍ਰੋਬਲਮ ਸਾਡੀ ਦੂਰ ਹੋ ਜਾਂਦੀ ਹੈ ਤੇ ਜ਼ਿਆਦਾ ਇਹਨਾਂ ਨੂੰ ਲੋੜ ਪੈਂਦੀ ਨਹੀਂ। ਇਹ ਜਿੱਦਾਂ ਕਰੋਨਾ ਚੱਲ ਰਿਹਾ ਹੁਣ, ਕਰੋਨਾ ਦੌਰਾਨ ਤਾਂ ਨਹੀਂ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਸਕਦੀ, ਜਾਂ ਇਹਨਾਂ ਦੀ ਇਨਫੈਕਸ਼ਨ ਇਨਸਾਨ ਨੂੰ ਹੋ ਸਕਦੀ? ਦੇਖੋ ਡੌਗ ਤੋਂ ਬੇਸਿਕ ਜੋ 2 ਹੀ ਬਿਮਾਰੀਆਂ ਨੇ, ਵੈਸੇ ਤਾਂ ਕਾਫੀ ਨੇ ਬਟ ਮੇਜਰ ਜੋ 2 ਬਿਮਾਰੀਆਂ ਆਉਂਦੀਆਂ ਨੇ, ਇੱਕ ਤਾਂ ਹਲਕਾ ਜਿਹਨੂੰ ਆਪਾਂ ਰੇਬੀਜ਼ ਕਹਿੰਦੇ ਆ, ਉਹ ਹੋ ਸਕਦਾ ਹੈ। ਦੂਸਰੀ ਸਕੇਬੀਜ਼ ਬਿਮਾਰੀ ਹੁੰਦੀ ਹੈ ਜੋ ਖਾਜ ਦੀ ਬਿਮਾਰੀ ਹੁੰਦੀ, ਉਹ ਸਾਨੂੰ ਡੌਗਸ ਦੇ ਥਰੂ ਹੋ ਸਕਦੀ ਹੈ। ਜਿਹੜਾ ਇਹ ਕੋਵਿਡ ਟਾਈਮ ਹੈ, ਕੋਵਿਡ ਟਾਈਮ ਦੇ ਵਿੱਚ ਡੌਗ ਕੋਵਿਡ ਆਪਣੇ 'ਚ ਟਰਾਂਸਮਿਟ ਨਹੀਂ ਕਰ ਸਕਦੇ, ਉਹ ਜਸਟ ਇੱਕ ਕੈਰੀਅਰ ਬਣ ਸਕਦੇ ਨੇ, ਬਟ ਉਹ ਵੀ ਕੇਸਿਸ ਅਜੇ ਤੱਕ ਰਿਪੋਰਟ ਨਹੀਂ ਕੀਤੇ ਗਏ ਇੰਡੀਆ ਦੇ ਵਿੱਚ। ਤਾਂ ਵੀ ਅਲਰਟ ਰਹਿਣਾ ਚਾਹੀਦਾ। ਫਿਰ ਵੀ ਅਲਰਟ ਰਹਿਣਾ ਚਾਹੀਦਾ, ਆਪਣੀ ਸੈਲਫ ਹਾਈਜੀਨ ਰੱਖੋ ਤੁਸੀਂ। ਸੈਲਫ ਹਾਈਜੀਨ ਤੋਂ ਬਾਅਦ ਡੌਗਸ ਨੂੰ ਅਗਰ ਤੁਸੀਂ ਫੀਡ ਕਰਦੇ ਹੋ ਜਾਂ ਉਹਨਾਂ ਦਾ ਖਿਆਲ ਕਰਦੇ ਹੋ, ਉਸ ਤੋਂ ਬਾਅਦ ਆਪਣੇ ਹੱਥ ਧੋਵੋ, ਨਾ ਲਓ, ਬਸ ਜੋ ਨਾਰਮਲ ਆਪਣੇ ਰੂਟੀਨ ਆਪਾਂ ਜਿੱਦਾਂ ਕਰਦੇ ਹੈਗੇ ਉਹ ਚੀਜ਼ ਕਰੋ। ਤੇ ਬਾਕੀ ਇਹਨਾਂ ਨੂੰ ਵੀ ਨਿਗਲੈਕਟ ਨਾ ਕਰੋ, ਕਿਉਂਕਿ ਕਾਫੀ ਲਾਸਟ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਬਹੁਤ ਨਿਗਲੈਕਟ ਹੋਏ ਨੇ, ਬਹੁਤ ਜਿਹੜੇ ਸਾਡੇ ਸਟਰੀਟ ਡੌਗ ਨੇ ਉਹਨਾਂ ਦੀ ਡੈਥ ਵੀ ਹੋਈ ਹੈਗੀ। ਹੁਣ ਕੋਈ ਆਇਆ ਤੁਹਾਡੇ ਕੋਲ ਇੱਥੇ ਸਟਰੀਟ ਡੌਗ ਲੈ ਕੇ ਜਾਂ ਨਹੀਂ? ਹੁਣ ਸਵੇਰ ਤੱਕ ਹੁਣ ਤਾਂ ਹਾਂਜੀ, ਸਵੇਰ ਤੋਂ ਆਪਣੇ ਕੋਲ 4 ਡੌਗ ਆ ਚੁੱਕੇ ਨੇ ਆਲਰੇਡੀ, ਪਲੱਸ ਸਾਡੇ ਕੋਲ ਇੱਕ ਮੈਮ ਹੈਗੇ ਨੇ, ਸ਼ਵੇਤਾ ਮੈਮ ਹੈਗੇ ਨੇ ਤੁਹਾਡੀ, ਉਹਨਾਂ ਨਾਲ ਮੈਂ ਗੱਲ ਕਰਵਾ ਦਿੰਦਾ। ਉਹ ਸਾਡੇ ਕੋਲ ਰੈਗੂਲਰ ਤੌਰ ਤੇ ਇੱਥੇ ਡੌਗਸ ਲੈ ਕੇ ਆਉਂਦੇ ਰਹੇ ਨੇ। ਅਰਾਊਂਡ 15-20 ਦਿਨ ਪਹਿਲਾਂ ਇਹ 5 ਆਪਣੇ ਪਾਰਵੋ ਡੌਗਸ ਲੈ ਕੇ ਆਏ ਸੀ, ਜੋ ਸਾਰੇ ਹੀ ਸਰਵਾਈਵ ਅਸੀਂ ਕਰਵਾਇਆ, ਸਿਰਫ ਇੱਕ ਦੀ ਡੈਥ ਹੋਈ ਸੀਗੀ। ਇਹ ਗਰਮੀਆਂ ਦੇ ਸੀਜ਼ਨ ਦੇ ਵਿੱਚ ਪਾਰਵੋ ਵਾਇਰਸ ਹੀ ਹੈ ਜੋ ਸਭ ਤੋਂ ਜ਼ਿਆਦਾ ਫੈਲਦਾ ਹੈਗਾ। ਹਾਂਜੀ, ਬਾਕੀ ਮੈਮ ਡੌਗ ਲਵਰ ਮੈਮ ਨੇ, ਉਹਨਾਂ ਦੇ ਨਾਲ ਗੱਲ ਕਰਦੇ ਆ। ਇਹ ਸਟਰੀਟ ਡੌਗ ਹੀ ਮੋਸਟਲੀ ਲੈ ਕੇ ਆਉਂਦੇ ਉੱਥੇ? ਐਕਚੁਅਲੀ ਸਟਰੀਟ ਡੌਗਸ ਨੂੰ ਫੀਡ ਕਰਦੀ ਹਾਂ ਮੈਂ ਡੇਲੀ, ਅਤੇ ਉਹਨਾਂ ਵਿੱਚੋਂ ਜਿਹੜੇ ਵੀ ਮੈਨੂੰ ਲੱਗਦੇ ਬਿਮਾਰ ਨੇ ਉਹਨਾਂ ਨੂੰ ਇੱਥੇ ਹੀ ਲੈ ਕੇ ਆਉਂਦੀ ਹਾਂ, ਬਿਕਾਜ਼ ਇੱਥੇ ਟਰੀਟਮੈਂਟ ਜੋ ਮੈਨੂੰ ਮਿਲਦੀ ਹੈ ਉਹ ਮੈਨੂੰ ਮਤਲਬ ਮੈਂ ਇੱਥੇ ਹੀ ਸੈਟਿਸਫਾਈਡ ਹਾਂ ਜੀ। ਹਾਂਜੀ, ਅਤੇ ਜਦੋਂ ਲੈ ਕੇ ਆਉਂਦੇ ਕਈ ਵਾਰੀ ਘਰ ਦੇ ਵੀ ਕਹਿਣ ਲੱਗ ਜਾਂਦੇ ਹੁੰਦੇ ਆ ਵੀ ਤੂੰ ਪੈਸੇ ਆਪਣੇ ਪੱਲੋਂ ਲਈ ਜਾਂਦੀ, ਕਿਉਂ ਜਾਂਦੀ ਆ, ਛੱਡ ਇਹਨਾਂ ਨੂੰ, ਮਤਲਬ ਗਲੀ ਮਹੱਲਿਆਂ ਦੇ ਇੱਦਾਂ ਹੀ ਕਹਿੰਦੇ ਹੁੰਦੇ ਘਰ ਦੇ ਵੀ ਗਲੀ ਦੇ ਕੁੱਤਿਆਂ ਦੇ ਮਗਰ ਪਈ ਹੋਈ ਆ, ਘਰਦਿਆਂ ਨੂੰ ਦੇਖ ਲਾ, ਐਂ ਕੁਛ ਹੁੰਦਾ ਕਈ ਵਾਰੀ, ਬੜਾ ਕੁਛ ਫੇਸ ਕਰਨਾ ਪੈਂਦਾ ਡੌਗ ਫੈਮਿਲੀ। ਮੈਂ ਇਹ ਨਹੀਂ ਕਹਿੰਦੀ ਸਪੋਰਟਿਵ ਨਹੀਂ ਹੈਗੀ, ਕਦੀ ਕਦਾਰ ਜਦੋਂ ਲੇਟ ਹੋ ਜਾਂਦੀ ਆ ਉਦੋਂ ਕਿਤੇ ਬੋਲ ਦਿੰਦੇ, ਅਦਰਵਾਈਜ਼ ਦੇ ਆਰ ਸਪੋਰਟਿਵ, ਦੇ ਆਲਸੋ ਨੋ ਦੇਅਰ ਪੇਨ ਐਂਡ ਸਪੋਰਟ ਕਰਦੇ ਆ ਮੈਨੂੰ ਜੀ। ਹੁਣ ਤੱਕ ਕਿੰਨੇ ਡੌਗ ਲੈ ਕੇ ਆਏ ਇੱਥੇ ਕਲੀਨਿਕ 'ਚ? ਕਾਫੀ ਲੈ ਆਈ ਹਾਂ ਮੈਂ, ਆਈ ਕਾਂਟ ਕਾਊਂਟ,
ਬਟ ਹਾਂ ਲਾਸਟ 2 ਮਹੀਨੇ ਤੋਂ ਆਈ ਵਾਸ ਕਮਿੰਗ ਰੈਗੂਲਰਲੀ। ਇੱਕ ਡੌਗ ਨੇ 15 ਡੇਜ਼ ਲਏ ਸੀਗੇ, ਸਵੇਰੇ ਸ਼ਾਮ ਉਹਨੂੰ ਡ੍ਰਿਪ ਲੱਗਦੀ ਸੀ। ਆਈ ਥਿੰਕ 7 to 8 ਪਪੀਜ਼ ਜਿਨ੍ਹਾਂ ਨੂੰ ਮੈਂ ਫੀਡ ਕਰਦੀ ਹਾਂ ਉਹ ਸਾਰੇ ਆ ਚੁੱਕੇ ਆ ਇੱਥੇ ਜੀ। ਹੁਣ ਠੀਕ ਨੇ ਹੋ? ਬਿਲਕੁਲ। ਕਿਵੇਂ ਇੱਥੇ ਦਾ ਮਾਹੌਲ ਵਧੀਆ ਲੱਗਦਾ? ਬਹੁਤ ਵਧੀਆ। ਮੈਂ ਹੋਰ ਕਿਸੇ ਨੂੰ ਟਰਸਟ ਨਹੀਂ ਕਰਦੀ। ਈਵਨ ਮੈਨੂੰ ਕੋਈ ਪੁੱਛਦਾ ਵੀ ਹੈ ਤੇ ਮੈਂ ਹੀ ਰეკਮੈਂਡ ਕਰਦੀ ਹਾਂ ਕਿ ਡਾਕਟਰ ਅਮਨ ਭੱਟੀ ਕੋਲ ਲੈ ਜਾਓ, ਜੀ ਸਹੀ ਹੋ ਜਾਊਗਾ। ਥੈਂਕ ਯੂ ਸੋ ਮਚ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਡੌਗਸ ਦਾ ਟ੍ਰੀਟਮੈਂਟ ਚੱਲ ਰਿਹਾ, ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਦਿਖਾਇਆ ਜਾਵੇ ਕਿ ਪਿੰਜਰੇ ਪਏ ਨੇ ਇੱਥੇ ਡੌਗਸ ਨੂੰ, ਅਲੱਗ-ਅਲੱਗ ਪ੍ਰੋਬਲਮਸ ਨੇ, ਇਹ ਸਾਰਿਆਂ ਦਾ ਟ੍ਰੀਟਮੈਂਟ ਜਿਹੜਾ ਕੀਤਾ ਜਾ ਰਿਹਾ। ਤੁਸੀਂ ਇਹਨੂੰ ਵੀ ਦੇਖ ਸਕਦੇ ਹੋ। ਡੌਗ ਲਵਰਸ ਇੱਥੇ ਰੈਗੂਲਰ ਵੀ ਡੌਗਸ ਨੂੰ ਜਿਹੜਾ ਲੈ ਕੇ ਆਉਂਦੇ ਨੇ ਤੇ ਫੀਡਿੰਗ ਕਰਦੇ ਨੇ। ਪਰ ਇੱਕ ਮੈਂ ਵੀ ਅਹਿਮ ਜਿਹੜਾ ਮੈਸੇਜ ਉਹ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਬੇਜ਼ੁਬਾਨ ਉਹਨਾਂ ਦੀ ਮਦਦ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ, ਕਿਉਂਕਿ ਇਹ ਬੜੇ ਵਫਾਦਾਰ ਹੁੰਦੇ ਨੇ, ਬੜੇ ਲਵਿੰਗ ਹੁੰਦੇ ਨੇ। ਸੋ ਜਿਨ੍ਹਾਂ ਦਾ ਵੀ ਪਿਆਰ ਹੈ ਜਾਂ ਨਹੀਂ ਹੈ, ਉਹਨਾਂ ਨੂੰ ਵੀ ਆਪਣੇ ਗਲੀ ਮਹੱਲਿਆਂ ਦੇ ਕੁੱਤਿਆਂ ਨੂੰ ਚੰਗੇ ਤਰ੍ਹਾਂ ਟਰੀਟ ਕਰਨਾ ਚਾਹੀਦਾ ਹੈ। ਉਹਨਾਂ ਨੂੰ ਫੀਡਿੰਗ ਜਿਹੜੀ ਉਹ ਜ਼ਰੂਰ ਦੇਣੀ ਚਾਹੀਦੀ ਹੈ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਤੇ ਕੈਮਰਾਮੈਨ ਸ਼ਿਵਮ ਗਿੱਲ ਨੂੰ ਦਿਓ ਇਜਾਜ਼ਤ। ਧੰਨਵਾਦ।